ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੜ੍ਹਾਂਗੇ ਪਾਠ ਨੰਬਰ 2 ਜ਼ਮੀਨ ਅਸਮਾਨ ਦਾ ਫਰਕ। ਇਹ ਇੱਕ ਮੁਹਾਵਰਾ ਹੈ ਜਦੋਂ ਅਸੀਂ ਕਿਸੇ ਵਿਅਕਤੀਆਂ ਦੇ ਵਿੱਚ ਜਾਂ ਕਿਸੇ ਚੀਜ਼ ਦੇ ਬਾਰੇ ਬਹੁਤ ਜ਼ਿਆਦਾ ਫਰਕ ਬਾਰੇ ਦੱਸਣਾ ਹੋਵੇ, ਜਿਨ੍ਹਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੋਵੇ, ਕਿਉਂਕਿ ਜ਼ਮੀਨ ਅਤੇ ਅਸਮਾਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਜਿਸ ਤਰ੍ਹਾਂ ਇਸ ਪਾਠ ਦੀ ਕਹਾਣੀ ਦੇ ਵਿੱਚ ਵੀ ਦੱਸਿਆ ਗਿਆ ਹੈ, ਤੇ ਪੰਕਜ ਅਤੇ ਸਾਜਨ ਦੋ ਜੋੜੇ ਭਰਾ ਹਨ। ਦੋਨਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਭਾਵ ਬਹੁਤ ਹੀ ਜ਼ਿਆਦਾ ਅੰਤਰ ਹੈ। ਇੱਕ ਭਰਾ ਦਾ ਸੁਭਾਅ ਬਹੁਤ ਹੀ ਚੰਗਾ ਹੈ, ਜੋ ਕਿ ਪੰਕਜ ਹੈ, ਹਮੇਸ਼ਾ ਦੂਸਰਿਆਂ ਦੇ ਕੰਮ ਆਉਂਦਾ ਹੈ ਤੇ ਖੁਸ਼ੀ ਮਹਿਸੂਸ ਕਰਦਾ ਹੈ। ਤੇ ਦੂਸਰੇ ਭਰਾ ਦਾ ਜੋ ਸੁਭਾਅ ਹੈ ਉਹ ਕਿਸੇ ਕੰਮ ਦਾ ਨਹੀਂ, ਭਾਵ ਉਹ ਕਦੇ ਵੀ ਕਿਸੇ ਦੇ ਕੰਮ ਆ ਕੇ ਖੁਸ਼ ਨਹੀਂ ਹੁੰਦਾ। ਉਹ ਹਮੇਸ਼ਾ ਟਕੇ ਵਰਗਾ ਜਵਾਬ ਦੇ ਦਿੰਦਾ ਹੈ, ਭਾਵ ਕੋਰੀ ਨਾ ਕਰ ਦਿੰਦਾ ਹੈ। ਜਦੋਂ ਪੰਕਜ ਕਿਸੇ ਲੋੜਵੰਦ ਦੀ ਮਦਦ ਵੀ ਕਰਦਾ ਹੈ ਤਾਂ ਸਾਜਨ ਉਸ ਦਾ ਮਜ਼ਾਕ ਉਡਾਉਂਦਾ ਹੈ, ਪਰ ਪੰਕਜ ਉਸ ਵੱਲ ਕਦੇ ਕੋਈ ਧਿਆਨ ਨਹੀਂ ਦਿੰਦਾ। ਤੇ ਉਹਨਾਂ ਦੇ ਸੁਭਾਅ ਦੇ ਬਾਰੇ ਵੀ ਅਕਸਰ ਲੋਕ ਗੱਲਾਂ ਕਰਦੇ ਹਨ ਕਿ ਆਦਮੀ 'ਚ ਅੰਤਰ, ਕੋਈ ਹੀਰਾ ਕੋਈ ਪੱਥਰ। ਭਾਵ ਜਦੋਂ ਕਿਤੇ ਖੁਦਾਈ ਕੀਤੀ ਜਾਂਦੀ ਹੈ, ਜਿੱਥੋਂ ਹੀਰੇ ਨਿਕਲਦੇ ਹਨ ਤਾਂ ਉੱਥੋਂ ਉਹਨਾਂ ਦੇ ਨਾਲ ਨਾਲ ਪੱਥਰ ਵੀ ਨਿਕਲਦੇ ਹਨ, ਤੇ ਕੁਝ ਹੀਰੇ ਵੀ ਹੁੰਦੇ ਹਨ ਤੇ ਕੁਝ ਪੱਥਰ ਵੀ ਹੁੰਦੇ ਹਨ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਪੰਕਜ ਅਤੇ ਸਾਜਨ ਦੋਨੋਂ ਇੱਕੋ ਹੀ ਮਾਤਾ ਪਿਤਾ ਦੇ ਬੱਚੇ ਹਨ, ਪਰ ਉਹਨਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਦੀ ਤੁਲਨਾ ਅਸੀਂ ਹੀਰੇ ਨਾਲ ਕਰ ਸਕਦੇ ਹਾਂ, ਜੋ ਕਿ ਬਹੁਤ ਕੀਮਤੀ ਹੁੰਦਾ ਹੈ ਤੇ ਉਸਦਾ ਸੁਭਾਅ ਵੀ ਉਸ ਹੀਰੇ ਦੀ ਤਰ੍ਹਾਂ ਹੈ, ਤੇ ਦੂਸਰੇ ਦੀ ਤੁਲਨਾ ਅਸੀਂ ਪੱਥਰ ਨਾਲ ਕਰਦੇ ਹਾਂ ਤੇ ਜਿਸ ਦੀ ਕੋਈ ਕੀਮਤ ਨਹੀਂ ਹੈ ਹੀਰੇ ਦੇ ਬਰਾਬਰ। ਤੇ ਇੱਕ ਦਿਨ ਜਦੋਂ ਪੰਕਜ ਤੇ ਸਾਜਨ ਸਕੂਲ ਤੋਂ ਘਰ ਪਰਤ ਰਹੇ ਸਨ ਤਾਂ ਸੜਕ ਤੇ ਕਾਫੀ ਆਵਾਜਾਈ ਸੀ, ਤੇ ਰਸਤੇ ਵਿੱਚ ਉਹਨਾਂ ਨੂੰ ਆਪਣੇ ਸਕੂਲ ਦੀ ਇੱਕ ਕੁੜੀ ਰੇਨੂਕਾ ਵੀ ਸਾਈਕਲ ਤੇ ਜਾ ਰਹੀ ਨਜ਼ਰ ਆਉਂਦੀ ਹੈ। ਤੇ ਅਚਾਨਕ ਉਹਨਾਂ ਨੂੰ ਟਕਰਾਉਣ ਦੀ ਆਵਾਜ਼ ਸੁਣਾਈ ਦਿੰਦੀ ਹੈ, ਤੇ ਜਦੋਂ ਦੇਖਦੇ ਹਨ ਤੇ ਰੇਨੂਕਾ ਦੇ ਸਾਈਕਲ ਦੇ ਵਿੱਚ ਕੋਈ ਚੀਜ਼ ਆ ਕੇ ਵੱਜਦੀ ਹੈ ਤੇ ਉਹ ਧੜਮ ਕਰਕੇ ਸੜਕ ਦੇ ਉੱਪਰ ਡਿੱਗ ਜਾਂਦੀ ਹੈ। ਉਹ ਫਟਾਫਟ ਰੇਨੂਕਾ ਦੀ ਸਾਈਕਲ ਦੇ ਵੱਲ ਜਾਂਦੇ ਹਨ ਤੇ ਉਹ ਦਰਦ ਨਾਲ ਕੁਰਲਾ ਰਹੀ ਹੈ, ਰੋ ਰਹੀ ਹੈ। ਦੋ ਸਕੂਟਰ ਸਵਾਰ ਲੜਕੇ ਰੇਨੂਕਾ ਦੇ ਵਿੱਚ ਆਪਣਾ ਸਕੂਟਰ ਮਾਰ ਕੇ ਉੱਥੋਂ ਭੱਜ ਜਾਂਦੇ ਹਨ, ਤੇ ਪੰਕਜ ਫਟਾਫਟ ਸਕੂਟਰ ਦਾ ਨੰਬਰ ਨੋਟ ਕਰ ਲੈਂਦਾ ਹੈ, ਜੋ ਉਸ ਦੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਉੜਦੀ ਹੈ। ਉਸ ਤੋਂ ਬਾਅਦ ਉਹ ਰੇਨੂਕਾ ਨੂੰ ਸੰਭਾਲਦੇ ਹਨ। ਉਹਦੇ ਸਿਰ ਉੱਪਰ ਡੂੰਘੀ ਸੱਟ ਲੱਗੀ ਹੋਈ ਹੈ, ਖੂਨ ਵਗ ਰਿਹਾ ਹੈ, ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਪੰਕਜ ਨੇ ਹੀ ਉੱਥੋਂ ਹੀ ਇੱਕ ਵਿਅਕਤੀ ਦੇ ਮੋਬਾਈਲ ਤੋਂ ਆਪਣੇ ਘਰ ਫੋਨ ਕੀਤਾ ਤੇ ਆਪਣੀ ਮੰਮੀ ਨੂੰ ਉਹ ਸੁਨੇਹਾ ਲਗਾਉਂਦਾ ਹੈ ਕਿ ਤੁਸੀਂ ਰੇਨੂਕਾ ਦੇ ਘਰ ਉਹਦੇ ਮੰਮੀ ਪਾਪਾ ਨੂੰ ਸੁਨੇਹਾ ਦੇ ਦੇਵੋ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ ਮੈਂ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ, ਤੇ ਉਹ ਵੀ ਜਲਦੀ ਦੇ ਨਾਲ ਹਸਪਤਾਲ ਪਹੁੰਚ ਜਾਣ। ਉਸ ਤੋਂ ਬਾਅਦ ਉਹ ਰੇਨੂਕਾ ਦੇ ਵੱਲ ਧਿਆਨ ਦਿੰਦਾ ਹੈ ਤੇ ਸਾਜਨ ਨੂੰ ਕਹਿੰਦਾ ਹੈ ਕਿ ਉਹ ਕਿਸੇ ਰਿਕਸ਼ੇ ਵਾਲੇ ਨੂੰ ਬੁਲਾਵੇ ਤਾਂ ਕਿ ਇਸ ਨੂੰ ਜਲਦੀ ਨਾਲ ਅਸੀਂ ਹਸਪਤਾਲ ਲੈ ਚੱਲੀਏ। ਪਰ ਸਾਜਨ, ਜੋ ਕਿ ਇੱਕ ਸਵਾਰਥੀ ਲੜਕਾ ਹੈ, ਉਹ ਕਿਸੇ ਦੀ ਮਦਦ ਕਰਕੇ ਖੁਸ਼ ਨਹੀਂ ਹੁੰਦਾ। ਤਾਂ ਉਹ ਪੰਕਜ ਨੂੰ ਕਹਿੰਦਾ ਹੈ ਕਿ ਤੂੰ ਹੁਣ ਘਰ ਫੋਨ ਤਾਂ ਕਰ ਦਿੱਤਾ ਹੈ, ਇਸ ਦੇ ਮਾਤਾ ਪਿਤਾ ਆਪਣੇ ਆਪ ਹੀ ਆ ਜਾਣਗੇ ਤੇ ਇਸ ਨੂੰ ਹਸਪਤਾਲ ਲੈ ਜਾਣਗੇ। ਉਹ ਟਾਲਾ ਵੱਟਣ ਦੀ ਕੋਸ਼ਿਸ਼ ਕਰਦਾ ਹੈ, ਭਾਵ ਉਹ ਕੰਮ ਕਰਕੇ ਖੁਸ਼ ਨਹੀਂ ਹੈ, ਉਸ ਤੋਂ ਪਾਸਾ ਵੱਟਦਾ ਹੈ। ਪਰ ਪੰਕਜ ਉਸ ਨੂੰ ਸਮਝਾਉਂਦਾ ਹੈ ਕਿ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਇਸ ਨੂੰ ਹਸਪਤਾਲ ਲੈ ਜਾਣਾ ਸਾਡਾ ਫਰਜ਼ ਹੈ। ਤਾਂ ਮੇਰੀ ਮਨ ਕੋਈ ਰਿਕਸ਼ਾ ਵੇਖ ਤੇ ਫਟਾਫਟ ਅਸੀਂ ਇਸ ਨੂੰ ਹਸਪਤਾਲ ਲੈ ਕੇ ਚੱਲੀਏ। ਤਾਂ ਸਾਜਨ ਉਸ ਨੂੰ ਕਹਿੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਝੰਜਟ ਵਿੱਚ ਨਹੀਂ ਪੈਣਾ ਚਾਹੀਦਾ, ਤੇ ਉਲਟਾ ਪੁਲਿਸ ਸਾਨੂੰ ਪਰੇਸ਼ਾਨ ਕਰੇਗੀ, ਕੇਸ ਦਰਜ ਹੋਵੇਗਾ ਤੇ ਸਾਨੂੰ ਵੀ ਵਾਰ-ਵਾਰ ਥਾਣੇ ਦੇ ਵਿੱਚ ਬੁਲਾਇਆ ਜਾਵੇਗਾ। ਪੰਕਜ ਨੇ ਆਤਮ ਵਿਸ਼ਵਾਸ ਦੇ ਨਾਲ ਕਿਹਾ, ਜਦੋਂ ਕਹਿੰਦਾ ਪੁਲਿਸ ਮੇਤੋਂ ਪੁੱਛਗਿੱਛ ਕਰੇਗੀ ਤਾਂ ਸਭ ਕੁਝ ਦੱਸ ਦਿਆਂਗਾ ਜੋ ਮੈਂ ਵੇਖਿਆ ਹੈ। ਸਾਡਾ ਪਹਿਲਾ ਫਰਜ਼ ਹੈ ਕਿ ਅਸੀਂ ਇਸ ਨੂੰ ਹਸਪਤਾਲ ਲੈ ਕੇ ਜਾਈਏ, ਉਸ ਤੋਂ ਬਾਅਦ ਜੋ ਹੋਵੇਗਾ ਦੇਖਿਆ ਜਾਵੇਗਾ। ਤਾਂ ਉਸ ਤੋਂ ਬਾਅਦ ਸਾਜਨ ਫਿਰ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਹੈ ਘੜੀ ਤੇ 2 ਵੱਜ ਗਏ ਹਨ ਤੇ ਮੇਰਾ ਤਾਂ ਸੀਰੀਅਲ ਲੜੀਵਾਰ ਆਉਣ ਵਾਲਾ ਹੈ। ਸੀਰੀਅਲ ਲੜੀਵਾਰ ਭਾਵ ਨਾਟਕ, ਉਸਨੇ ਘਰ ਟੀਵੀ ਦੇ ਉੱਤੇ ਇੱਕ ਪ੍ਰੋਗਰਾਮ ਦੇਖਣਾ ਸੀ ਤੇ ਉਹ ਕਹਿ ਰਿਹਾ ਮੇਰਾ ਤਾਂ ਉਹ ਸਮਾਂ ਹੋ ਚੁੱਕਿਆ ਹੈ ਵੀ ਮੈਂ ਤਾਂ ਘਰ ਜਾ ਰਿਹਾ ਹਾਂ। ਇਹ ਗੱਲ ਸੁਣਦਿਆਂ ਹੀ ਪੰਕਜ ਇੱਕਦਮ ਗੁੱਸੇ ਵਿੱਚ ਆ ਜਾਂਦਾ ਹੈ ਤੇ ਕਹਿਣ ਲੱਗਾ, ਸਾਜਨ ਵੀ ਤੂੰ ਕੁਝ ਤਾਂ ਸ਼ਰਮ ਕਰ, ਤੈਨੂੰ ਲੜੀਵਾਰ ਜ਼ਰੂਰੀ ਹੈ ਜਾਂ ਕਿਸੇ ਵਿਅਕਤੀ ਦੀ ਜਾਨ ਬਚਾਉਣੀ। ਵੀ ਇੱਥੇ ਰੇਨੂਕਾ ਦੀ ਜਾਨ ਸੰਕਟ ਵਿੱਚ ਪਈ ਹੈ, ਉਸ ਨੂੰ ਹਸਪਤਾਲ ਲਿਜਾਣਾ ਜ਼ਿਆਦਾ ਜ਼ਰੂਰੀ ਹੈ, ਨਾ ਕਿ ਸੀਰੀਅਲ ਦੇਖਣਾ। ਵੀ ਤੈਨੂੰ ਤਾਂ ਸੀਰੀਅਲ ਦੇਖਣ ਦੀ ਸੁੱਝ ਰਹੀ ਹੈ।
ਉਹ ਕਹਿੰਦਾ ਹੈ ਤੂੰ ਜਾ ਕੇ ਆਪਣਾ ਸੀਰੀਅਲ ਵੇਖ, ਮੈਂ ਇਕੱਲਾ ਹੀ ਸਭ ਕੁਝ ਸੰਭਾਲ ਲਵਾਂਗਾ ਤੇ ਇਸ ਨੂੰ ਹਸਪਤਾਲ ਲੈ ਜਾਵਾਂਗਾ। ਤੇ ਸਾਜਨ ਢੀਠ ਬਣ ਕੇ ਸਾਈਕਲ ਤੇ ਸਵਾਰ ਹੋ ਕੇ ਘਰ ਵੱਲ ਰਵਾਨਾ ਹੋ ਜਾਂਦਾ ਹੈ। ਇਹਨੇ ਨੂੰ ਇੱਕ ਰਿਕਸ਼ੇ ਵਾਲਾ ਉੱਥੇ ਆ ਗਿਆ ਤੇ ਉਹ ਰਿਕਸ਼ੇ ਦੇ ਵਿੱਚ ਰੇਨੂਕਾ ਨੂੰ ਬਿਠਾ ਕੇ ਤੁਰੰਤ ਹਸਪਤਾਲ ਲੈ ਜਾਂਦਾ ਹੈ। ਹਸਪਤਾਲ ਉੱਥੋਂ ਬਹੁਤੀ ਦੂਰੀ ਤੇ ਨਹੀਂ ਸੀ, ਬਿਲਕੁਲ ਨਜ਼ਦੀਕ ਹੀ ਸੀ। ਉਸ ਤੋਂ ਬਾਅਦ ਹਸਪਤਾਲ ਪਹੁੰਚਣ ਤੋਂ ਬਾਅਦ ਰੇਨੂਕਾ ਦੇ ਪਾਪਾ ਵੀ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਹਨ ਤੇ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਘਬਰਾਉਣ ਦੀ ਹੁਣ ਕੋਈ ਗੱਲ ਨਹੀਂ ਹੈ, ਰੇਨੂਕਾ ਨੂੰ ਸਮੇਂ ਸਿਰ ਹਸਪਤਾਲ ਲਿਆਂਦਾ ਗਿਆ ਹੈ। ਜੇਕਰ ਜਰਾ ਦੇਰ ਹੋ ਜਾਂਦੀ ਤਾਂ ਚਿੰਤਾ ਵਾਲੀ ਗੱਲ ਸੀ ਤੇ ਉਸ ਨੂੰ ਸ਼ਾਮ ਤੱਕ ਛੁੱਟੀ ਵੀ ਮਿਲ ਜਾਵੇਗੀ। ਤਾਂ ਪੰਕਜ ਰੇਨੂਕਾ ਦੇ ਪਿਤਾ ਨੂੰ ਕਹਿੰਦਾ ਹੈ ਕਿ ਅੰਕਲ ਜੀ, ਮੈਂ ਸਕੂਟਰ ਦਾ ਨੰਬਰ ਨੋਟ ਕਰ ਲਿਆ ਸੀ, ਇਹ ਲਓ ਸਕੂਟਰ ਦਾ ਨੰਬਰ। ਉਹ ਆਪਣੀ ਜੇਬ ਦੇ ਵਿੱਚੋਂ ਕਾਗਜ਼ ਦਾ ਇੱਕ ਟੁਕੜਾ ਕੱਢ ਕੇ ਰੇਨੂਕਾ ਦੇ ਪਿਤਾ ਜੀ ਨੂੰ ਦਿੰਦਾ ਹੈ। ਪੁਲਿਸ ਚੌਂਕੀ ਵੀ ਉਥੋਂ ਕੁਝ ਹੀ ਦੂਰੀ ਤੇ ਸੀ। ਜਦੋਂ ਉਹਨਾਂ ਨੂੰ ਹਸਪਤਾਲ ਤੋਂ ਐਕਸੀਡੈਂਟ ਦੀ ਖਬਰ ਮਿਲਦੀ ਹੈ ਤਾਂ ਉਹ ਫਟਾਫਟ ਉੱਥੇ ਪਹੁੰਚ ਜਾਂਦੇ ਹਨ ਤੇ ਉਹ ਬਿਆਨ ਲਿਖ ਰਹੇ ਹੁੰਦੇ ਹਨ ਤੇ ਰੇਨੂਕਾ ਦੇ ਪਾਪਾ ਸਕੂਟਰ ਸਵਾਰਾਂ ਦਾ ਜਿਹੜਾ ਸਕੂਟਰ ਨੰਬਰ ਸੀਗਾ ਉਹ ਪੁਲਿਸ ਕਰਮਚਾਰੀ ਦੇ ਹਵਾਲੇ ਕਰ ਦਿੰਦਾ ਹੈ। ਇੰਨੇ ਗੱਲਾਂ ਹੀ ਹੋ ਰਹੀਆਂ ਸਨ ਕਿ ਰੇਨੂਕਾ ਨੂੰ ਹੋਸ਼ ਆ ਜਾਂਦੀ ਹੈ ਤੇ ਹਸਪਤਾਲ ਵਿੱਚ ਆਪਣੇ ਆਪ ਨੂੰ ਦੇਖ ਕੇ ਉਹ ਘਬਰਾ ਜਾਂਦੀ ਹੈ ਤੇ ਉਹ ਰੋਣ ਲੱਗ ਜਾਂਦੀ ਹੈ ਤੇ ਰੇਨੂਕਾ ਦੇ ਪਿਤਾ ਜੀ ਉਸ ਨੂੰ ਹੌਸਲਾ ਦਿੰਦੇ ਹਨ। ਪੁਲਿਸ ਕਰਮਚਾਰੀ ਨੂੰ ਪਤਾ ਲੱਗ ਗਿਆ ਕਿ ਪੰਕਜ ਹੀ ਜ਼ਖਮੀ ਰੇਨੂਕਾ ਨੂੰ ਰਿਕਸ਼ੇ 'ਚ ਬਿਠਾ ਕੇ ਇੱਥੇ ਲੈ ਕੇ ਆਇਆ। ਉਸ ਦੀ ਪਿੱਠ ਨੂੰ ਥਾਪੜਦਾ ਹੈ ਤੇ ਉਸ ਨੂੰ ਸ਼ਾਬਾਸ਼ ਦਿੰਦਾ ਹੈ ਕਿ ਤੇਰੇ ਵਰਗੇ ਅਗਰ ਹਿੰਮਤੀ ਬੱਚੇ ਹੋਣ ਤਾਂ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਤੂੰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਾਂ ਕਿਸੇ ਵੀ ਮੁਸੀਬਤ ਦੀ ਪਰਵਾਹ ਕੀਤੇ ਬਿਨਾਂ ਇਸ ਨੂੰ ਹਸਪਤਾਲ ਲੈ ਕੇ ਆਇਆ। ਤੇ ਦੂਸਰੀ ਚੰਗਾ ਕੰਮ ਤੂੰ ਇਹ ਵੀ ਕੀਤਾ ਹੈ ਕਿ ਉਹਨਾਂ ਸਕੂਟਰ ਸਵਾਰਾਂ ਦਾ ਜਿਹੜਾ ਸਕੂਟਰ ਦਾ ਨੰਬਰ ਨੋਟ ਕੀਤਾ ਹੈ, ਜਿਸ ਦੇ ਨਾਲ ਅਸੀਂ ਉਹਨਾਂ ਨੂੰ ਆਸਾਨੀ ਦੇ ਨਾਲ ਫੜ ਸਕਦੇ ਹਾਂ। ਪੰਕਜ ਨੇ ਪੁਲਿਸ ਕਰਮਚਾਰੀ ਨੂੰ ਬਿਆਨ ਲਿਖ ਲੈਣ ਦੇ ਪਿੱਛੋਂ ਆਪਣੇ ਮਨ ਦਾ ਡਰ ਦੱਸ ਦਿੱਤਾ, ਕਿਉਂਕਿ ਉਸ ਦੇ ਮਨ ਵਿੱਚ ਡਰ ਸੀ ਜੋ ਕਿ ਸਾਜਨ ਉਸ ਨੂੰ ਡਰਾ ਰਿਹਾ ਸੀ ਵੀ ਤੂੰ ਐਵੇਂ ਵਾਧੂ ਝੰਜਟ ਵਿੱਚ ਨਾ ਪੈ। ਪੰਕਜ ਪੁਲਿਸ ਵਾਲੇ ਨੂੰ ਪੁੱਛਦਾ ਹੈ ਕਿ ਮੈਨੂੰ ਵੀ ਥਾਣੇ ਵਿੱਚ ਬੁਲਾਇਆ ਜਾਵੇਗਾ, ਤਾਂ ਪੁਲਿਸ ਵਾਲਾ ਉਸ ਨੂੰ ਕਹਿੰਦਾ ਹੈ ਕਿ ਹਾਂ ਬੇਟਾ ਜੀ, ਤੁਹਾਨੂੰ ਵੀ ਬੁਲਾਇਆ ਜਾਵੇਗਾ ਤੇ ਤੁਹਾਡੇ ਮਾਤਾ ਪਿਤਾ ਜੀ ਨੂੰ ਵੀ ਬੁਲਾਇਆ ਜਾਵੇਗਾ। ਪੁਲਿਸ ਕਰਮਚਾਰੀ ਉਸ ਬੱਚੇ ਦੀ, ਪੰਕਜ ਦੀ ਮਨ ਦੀ ਗੱਲ ਬੁੱਝ ਗਿਆ ਸੀ, ਭਾਵ ਕਿ ਉਹ ਡਰ ਰਿਹਾ ਹੈ। ਇਹ ਗੱਲ ਸੁਣ ਕੇ ਪੰਕਜ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਭਾਵ ਉਹ ਡਰ ਜਾਂਦਾ ਹੈ ਜਦੋਂ ਪੁਲਿਸ ਕਰਮਚਾਰੀ ਉਸ ਨੂੰ ਕਹਿੰਦਾ ਹੈ ਵੀ ਤੈਨੂੰ ਥਾਣੇ ਬੁਲਾਇਆ ਜਾਵੇਗਾ। ਫਿਰ ਸ਼ਾਮ ਹੁੰਦੀ ਹੈ ਤਾਂ ਸ਼ਾਮ ਹੁੰਦੇ ਹੀ ਉਹਨਾਂ ਨੂੰ ਪੁਲਿਸ ਸਟੇਸ਼ਨ ਦੇ ਵੱਲੋਂ ਸੱਦਾ ਪਹੁੰਚ ਜਾਂਦਾ ਹੈ ਪੁਲਿਸ ਸਟੇਸ਼ਨ ਪਹੁੰਚਣ ਦਾ। ਇਹ ਸਾਰੀ ਗੱਲ ਸੁਣ ਕੇ ਪੰਕਜ ਘਬਰਾ ਜਾਂਦਾ ਹੈ ਤੇ ਉਸ ਨੂੰ ਸਾਜਨ ਦੀਆਂ ਗੱਲਾਂ ਚੇਤੇ ਆਉਂਦੀਆਂ ਹਨ ਕਿ ਸਾਜਨ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਇਸ ਝੰਜਟ ਵਿੱਚ ਨਹੀਂ ਪੈਣਾ ਚਾਹੀਦਾ, ਨਹੀਂ ਤਾਂ ਅਸੀਂ ਵੀ ਮੁਸੀਬਤ ਵਿੱਚ ਪੈ ਜਾਵਾਂਗੇ। ਤੇ ਉਹ ਕਹਿ ਰਿਹਾ ਸੀ ਕਿ ਤੈਨੂੰ ਜ਼ਿਆਦਾ ਲੋਕ ਭਲਾਈ ਕਰਨ ਦਾ ਭੂਤ ਸਵਾਰ ਹੈ ਤੇ ਇਸ ਦਾ ਤੈਨੂੰ ਹੁਣ ਨਤੀਜਾ ਭੁਗਤਣਾ ਪਵੇਗਾ। ਤੇ ਉਹ ਕਹਿ ਰਿਹਾ ਵੀ ਤੂੰ ਨਾਲ ਆਪਣੀ ਵੀ ਬੇਇੱਜ਼ਤੀ ਕਰਵਾਵੇਂਗਾ ਤੇ ਨਾਲ ਨਾਲ ਆਪਣੇ ਮੰਮੀ ਪਾਪਾ ਦੀ ਵੀ ਬੇਇੱਜ਼ਤੀ ਕਰਵਾਵੇਂਗਾ। ਸ਼ਾਮ ਨੂੰ ਰੇਨੂਕਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਹੁਣ ਉਹ ਠੀਕ ਮਹਿਸੂਸ ਕਰ ਰਹੀ ਸੀ। ਪੰਕਜ ਆਪਣੇ ਮੰਮੀ ਪਾਪਾ ਦੇ ਨਾਲ ਥਾਣੇ ਪਹੁੰਚ ਗਿਆ। ਇੰਸਪੈਕਟਰ ਸਾਹਿਬ ਨੇ ਬੈਠਣ ਦੇ ਲਈ ਕੁਰਸੀਆਂ ਲਗਾਈਆਂ ਹੋਈਆਂ ਸਨ ਤੇ ਉਹ ਸਾਰੇ ਥਾਣੇ ਦੇ ਵਿੱਚ ਕੁਰਸੀਆਂ ਦੇ ਉੱਤੇ ਬੈਠ ਜਾਂਦੇ ਹਨ। ਤਾਂ ਇੰਸਪੈਕਟਰ ਸਾਹਿਬ ਪੰਕਜ ਦੇ ਵੱਲ ਇੱਕ ਲਿਫਾਫਾ ਵਧਾਉਂਦਾ ਹੈ ਅਤੇ ਇੱਕ ਪੈਕਟ, ਤੇ ਵਧਾਉਂਦਿਆਂ ਉਸ ਨੂੰ ਸ਼ਾਬਾਸ਼ ਦਿੰਦਾ ਹੈ ਕਿ ਉਹ ਉਸ ਦੀ ਦਲੇਰੀ ਅਤੇ ਸਮਝਦਾਰੀ ਨੂੰ ਸਲਾਮ ਕਰਦਾ ਹੈ, ਕਿਉਂਕਿ ਉਹ ਬੱਚਾ ਕਿੰਨਾ ਦਲੇਰ ਸੀ ਤੇ ਕਿੰਨਾ ਸਮਝਦਾਰ ਸੀ, ਜਿਸ ਦੀ ਸੂਝ-ਬੂਝ ਦੇ ਸਦਕਾ, ਸਮਝਦਾਰੀ ਦੇ ਸਦਕਾ ਰੇਨੂਕਾ ਦੀ ਜਾਨ ਬਚ ਸਕੀ ਤੇ ਉਸ ਨੂੰ ਸਮੇਂ ਸਿਰ ਹਸਪਤਾਲ ਲਿਆਂਦਾ ਗਿਆ। ਤੇ ਇਸ ਦੇ ਨਾਲ ਹੀ ਜੋ ਉਸਨੇ ਨੰਬਰ ਨੋਟ ਕੀਤਾ ਸੀ, ਉਸ ਦੀ ਵਜ੍ਹਾ ਦੇ ਨਾਲ ਉਹ ਅਪਰਾਧੀਆਂ ਨੂੰ ਵੀ ਫੜ ਸਕੇ ਤੇ ਉਸ ਨੂੰ ਨਾਲ-ਨਾਲ 500 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਜਾਂਦਾ ਹੈ। ਇਹ ਸਭ ਕੁਝ ਦੇਖ ਕੇ ਪੰਕਜ ਦਾ ਮੂੰਹ ਅੱਡਿਆ ਹੀ ਰਹਿ ਜਾਂਦਾ ਹੈ, ਭਾਵ ਉਹ ਵੀ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ। ਉਸ ਤੋਂ ਬਾਅਦ ਇੰਸਪੈਕਟਰ ਸਾਹਿਬ ਉਹਨਾਂ ਦੇ ਵੱਲ ਇੱਕ ਬਰਫੀ ਦੀ ਪਲੇਟ ਵਧਾਉਂਦੇ ਹਨ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਉਂਦੇ ਹਨ ਤੇ ਨਾਲ ਹੀ ਉਸ ਨੂੰ ਦੱਸਦੇ ਹਨ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਜਦੋਂ ਕੋਈ ਵਿਅਕਤੀ ਕਿਸੇ ਜ਼ਖਮੀ ਨੂੰ ਹਸਪਤਾਲ ਲੈ ਕੇ ਜਾਂਦਾ ਸੀ ਤਾਂ ਉਸ ਨੂੰ ਵੀ ਵਾਰ-ਵਾਰ ਪੁਲਿਸ ਵਾਲੇ ਪਰੇਸ਼ਾਨ ਕਰਦੇ ਸਨ ਤੇ ਉਸ ਨੂੰ ਖਾਮ-ਖਾ ਉਸ ਦੀ ਗਵਾਹੀ ਲੈ ਕੇ ਉਸ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾਂਦਾ ਸੀ। ਪਰ ਹੁਣ ਨਿਯਮ ਬਦਲ ਗਏ ਹਨ। ਹੁਣ ਜੋ ਵਿਅਕਤੀ ਜ਼ਖਮੀ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਉਸ
ਨੂੰ ਪੁਲਿਸ ਸਨਮਾਨਿਤ ਕਰਦੀ ਹੈ ਤੇ ਅਜਿਹਾ ਨੇਕ ਕੰਮ ਕਰਨ ਵਾਲਿਆਂ ਨੂੰ ਬਾਰ-ਬਾਰ ਹੁਣ ਥਾਣੇ ਨਹੀਂ ਬੁਲਾਇਆ ਜਾਂਦਾ। ਤੇ ਰੇਨੂਕਾ ਦੇ ਪਿਤਾ ਜੀ ਨੇ ਵੀ ਕਿਹਾ ਕਿ ਸਾਨੂੰ ਅਜਿਹੇ ਬੱਚਿਆਂ ਦਾ, ਜੋ ਕਿ ਮੁਸੀਬਤ ਦੇ ਸਮੇਂ ਦੂਸਰਿਆਂ ਦੀ ਮਦਦ ਕਰਦੇ ਹਨ, ਤੇ ਅਜਿਹੇ ਸੂਝਵਾਨ ਤੇ ਬਹਾਦਰ ਬੱਚਿਆਂ ਦਾ ਪਬਲਿਕ ਨੂੰ ਵੀ ਸਨਮਾਨ ਕਰਨਾ ਚਾਹੀਦਾ ਹੈ, ਤਾਂ ਕਿ ਇਹਨਾਂ ਦੀ ਬਹਾਦਰੀ ਨੂੰ ਦੇਖ ਕੇ ਹੋਰ ਲੋਕ ਵੀ ਇਸ ਤਰ੍ਹਾਂ ਦੂਸਰਿਆਂ ਦੀ ਮਦਦ ਕਰਨ ਦੇ ਲਈ ਅੱਗੇ ਆਉਣ। ਤਾਂ ਉਹਨਾਂ ਨੇ ਕਿਹਾ ਵੀ ਜੇਕਰ ਪੰਕਜ ਸਮੇਂ ਸਿਰ ਮੇਰੀ ਬੇਟੀ ਨੂੰ ਹਸਪਤਾਲ ਨਾ ਪਹੁੰਚਾਉਂਦਾ ਤਾਂ ਹੋ ਸਕਦਾ ਹੈ ਕਿ ਉਹ ਅੱਜ ਸਾਡੇ ਵਿਚਕਾਰ ਨਾ ਹੁੰਦੀ। ਤਾਂ ਉਹ ਰੇਨੂਕਾ ਦੇ ਪਾਪਾ ਪੰਕਜ ਦੀ ਪਿੱਠ ਇੱਕ ਵਾਰ ਦੁਬਾਰਾ ਤੋਂ ਥਾਪੜਦਿਆਂ ਇਹ ਗੱਲਾਂ ਕਹਿੰਦੇ ਹਨ। ਤੇ ਜਦੋਂ ਪੰਕਜ ਆਪਣੇ ਮੰਮੀ ਪਾਪਾ ਦੇ ਸਮੇਤ ਘਰ ਵਾਪਸ ਆਇਆ ਤਾਂ ਸਾਜਨ ਟੀਵੀ ਅੱਗੇ ਬੈਠਾ ਸੀ। ਜਦੋਂ ਉਸ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਵਿੱਚ ਪੰਕਜ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ, ਭਾਵ ਉਹ ਸ਼ਰਮਿੰਦਾ ਹੋ ਜਾਂਦਾ ਹੈ, ਆਪਣੀਆਂ ਹੀ ਨਜ਼ਰਾਂ ਦੇ ਵਿੱਚ ਉਹ ਝੁਕ ਜਾਂਦਾ ਹੈ। ਤਾਂ ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਕਦੇ ਵੀ ਕਿਸੇ ਮੁਸੀਬਤ ਤੋਂ ਘਬਰਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਪੰਕਜ ਅਤੇ ਸਾਜਨ ਦੋ ਭਰਾ ਹਨ। ਇਸ ਦਾ ਭਾਵ ਇਹ ਹੈ ਕਿ ਅਗਰ ਦੋ ਸਕੇ ਭਰਾ ਹਨ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਦੋਨਾਂ ਦਾ ਸੁਭਾਅ ਵੀ ਇੱਕੋ ਜਿਹਾ ਹੋਵੇਗਾ। ਇਸ ਤਰ੍ਹਾਂ ਇੱਕ ਹੋਰ ਕਹਾਵਤ ਵੀ ਹੈ, ਏਕ ਬਾਪ ਕੇ ਬੇਟੇ ਕਿਸਮਤ ਜੁਦਾ ਜੁਦਾ। ਹਰ ਇੱਕ ਦੀ ਕਿਸਮਤ ਅਲੱਗ-ਅਲੱਗ ਹੁੰਦੀ ਹੈ। ਇਸ ਤਰ੍ਹਾਂ ਪੰਕਜ ਅਤੇ ਸਾਜਨ ਦਾ ਸੁਭਾਅ ਜਿਸ ਤਰ੍ਹਾਂ ਅਲੱਗ-ਅਲੱਗ ਹੈ, ਪੰਕਜ ਬਹੁਤ ਹੀ ਚੰਗਾ ਲੜਕਾ ਹੈ ਤੇ ਸਾਜਨ ਹਮੇਸ਼ਾ ਕੰਮ ਤੋਂ ਜੀ ਚੁਰਾਉਣ ਵਾਲਾ ਲੜਕਾ ਹੈ। ਸਾਨੂੰ ਹਮੇਸ਼ਾ ਪੰਕਜ ਦੀ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।